वाहिगुरु जी का खालसा वाहिगुरु जी की फतेह। श्री राग की वार महला चौथा ਦੀ ਲੜੀਵਾਰ ਵਿਚਾਰ ਦੇ ਵਿੱਚ ਹੁਣ ਤੱਕ ਅਸੀਂ 16 ਪੌੜੀਆਂ ਤੇ ਉਹਨਾਂ ਦੇ ਨਾਲ ਦੇ ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 17ਵੀਂ ਪੌੜੀ ਦੇ ਸ਼ਲੋਕਾਂ ਤੋਂ ਵਿਚਾਰ ਆਰੰਭ ਕਰਦੇ ਹਾਂ। ਸੋ ਆਓ ਪਹਿਲਾ ਸ਼ਲੋਕ ਜੋ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਨਾ 99 के ऊपर सुशोभित है, उसका पाठ करते हैं। पहले श्लोक महला तीजा। मनमुख मैली कामनी कुलखनी कुनार फिर छोड़िया कर अपना पर पुरखै नाल प्यार तृष्णा कदे ना चुकई जल्दी करे पुकार नानक बिन नामै कुरूप कुसोहनी पर हर छोड़ी पतार। कल ਜਿਹੜੇ ਪੌੜੀ ਔਰ ਸ਼ਲੋਕਾਂ ਦੀ ਅਸੀਂ ਵਿਚਾਰ ਕੀਤੀ ਸੀ ਉਹਦੇ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸੁਹਾਗਨ ਅਤੇ ਦੁਹਾਗਨ ਇਸਤਰੀਆਂ ਦੀ ਮਿਸਾਲ ਵਰਤ ਕੇ ਗੁਰਮੁਖ ਅਤੇ ਮਨਮੁਖ ਦਾ ਜੋ ਸਰੂਪ ਹੈ ਉਹ ਸਾਡੇ ਸਾਹਮਣੇ ਪੇਸ਼ ਕੀਤਾ ਸੀ। ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲਿਆਂ ਦੀ ਤੁਲਨਾ ਉਸ ਸੁਹਾਗਨ ਦੇ ਨਾਲ ਕੀਤੀ ਜਾਂਦੀ ਹੈ ਜਿਹਦੇ ਉੱਤੇ ਪਤੀ ਪ੍ਰਸੰਨ ਹੈ, ਜੋ ਪਤੀ ਦੇ ਪਿਆਰ ਦੇ ਭਾਗੀ ਹੈ, ਅਤੇ ਮਨਮੁਖ ਦੀ ਤੁਲਨਾ ਉਸ ਔਰਤ ਨਾਲ ਕੀਤੀ ਗਈ ਜਿਹੜੀ ਹਾਰ ਸ਼ਿੰਗਾਰ ਤਾਂ ਕਰਦੀ ਹੈ ਪਰ ਪਤੀ ਨੂੰ ਪ੍ਰਸੰਨ ਨਹੀਂ ਕਰਦੀ, ਉਹਦੇ ਹੁਕਮ ਵਿੱਚ ਨਹੀਂ ਰਹਿੰਦੀ, ਉਹਦੇ ਨਾਲ ਪਿਆਰ ਨਹੀਂ ਕਰਦੀ। ਉਸੇ ਤਰੀਕੇ ਦੀ ਐਗਜ਼ਾਮਪਲ ਅੱਜ ਦੇ ਇਸ ਸ਼ਲੋਕ ਦੇ ਅੰਦਰ ਵੀ ਗੁਰੂ ਸਾਹਿਬ ਨੇ ਵਰਤੀ ਹੈ। ਮਨਮੁਖ ਦੀ ਤੁਲਨਾ ਕੀਤੀ ਹੈ ਪਹਿਲੀ ਪੰਕਤੀ ਵਿੱਚ ਹੀ, ਜੋ ਐਸੀ ਜੀਵ ਇਸਤਰੀ ਦਾ ਚਿਤਰਨ ਕੀਤਾ ਹੈ ਜਿਹਦੇ ਅੰਦਰ ਇਹ ਸਾਰੇ ਔਗਣ ਹਨ। ਮਨਮੁਖ ਮੈਲੀ ਕਾਮਨੀ ਕੁਲਖਣੀ ਕੁਨਾਰ। ਮੈਲੀ ਕਾਮਨੀ, ਕਾਮਨੀ ਦਾ ਆਖਰੀ ਅਰਥ ਹੈ ਇਸਤਰੀ, ਤੇ ਮੈਲੀ ਕਾਮਨੀ ਜਿਹਦੇ ਅੰਦਰ ਜਿਹਦਾ ਮਨ ਮੈਲਾ ਹੈ। ਇੱਥੇ ਸਰੀਰਕ ਮੈਲ ਦੀ ਗੱਲ ਨਹੀਂ ਹੋ ਰਹੀ, ਗੱਲ ਮਨ ਦੀ ਹੋਈ ਹੋ ਰਹੀ ਹੈ। ਤਾਂ ਮਨਮੁਖ ਇਨਸਾਨ ਦੀ ਤੁਲਨਾ ਐਸੀ ਇਸਤਰੀ ਨਾਲ ਕੀਤੀ ਗਈ ਹੈ ਜਿਹਦਾ ਮਨ ਮੈਲਾ ਹੈ। ਮਨ ਮੈਲੇ ਦੇ ਕੀ ਲੱਛਣ ਹਨ ਕਿ ਉਹਨੇ ਮੂੰਹੋਂ ਹੋਰ ਗੱਲਾਂ ਕਰਨੀਆਂ ਹਨ, ਅੰਦਰ ਵਿਚਾਰ ਕੁਝ ਹੋਰ ਹੁੰਦੇ ਹਨ। ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ। ਭਗਤ ਬਾਬਾ ਫਰੀਦ ਜੀ ਨੇ ਵੀ ਐਸੇ ਲੋਕਾਂ ਬਾਰੇ ਇਸ ਤਰ੍ਹਾਂ ਬਚਨ ਕੀਤੇ ਹਨ। ਤਾਂ ਮੈਲੀ ਇਸਤਰੀ ਉਹ ਜਿਹਦੇ ਮਨ ਵਿੱਚ ਕੁਝ ਵਿਚਾਰ ਹੋਰ ਹਨ, ਮੂੰਹ ਤੋਂ ਗੱਲਾਂ ਵੱਖਰੀਆਂ ਹੁੰਦੀਆਂ ਹਨ। ਔਰ ਇਹ ਐਸੇ ਲੋਕ ਦੁਨੀਆ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਮਿਲਦੇ ਹਨ ਜਿਨ੍ਹਾਂ ਦੇ ਅੰਦਰ ਹੋਰ ਗੱਲਾਂ ਹੁੰਦੀਆਂ ਹਨ, ਮੂੰਹ ਤੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਲੈਂਦੇ ਹਨ। ਤਾਂ ਗੁਰੂ ਸਾਹਿਬ ਨੇ ਮਨਮੁਖ ਦੀ ਤੁਲਨਾ ਵੀ ਐਸੀ ਇਸਤਰੀ ਨਾਲ ਕੀਤੀ ਹੈ, ਮੈਲੀ ਕਾਮਨੀ। ਅਗਲਾ ਲਫ਼ਜ਼ ਹੈ ਕੁਲਖਣੀ। ਇਹ ਲਫ਼ਜ਼ ਕੱਲ ਵੀ ਆਇਆ ਸੀਗਾ, ਜਿਹਦੇ ਲੱਛਣ ਬੁਰੇ ਹਨ। ਲੱਛਣ ਤੋਂ ਭਾਵ ਉਹਦੇ ਹਾਵ ਭਾਵ, ਉਹਦੇ ਕਰਮ, ਉਹਦੇ ਐਕਸ਼ਨ ਉਹ ਇਸ ਤਰ੍ਹਾਂ ਦੇ ਹਨ ਕਿ ਜਿਹਦੇ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਨਸਾਨ ਚੰਗਾ ਨਹੀਂ ਹੈ, ਇਹਦੇ ਮਨ ਵਿੱਚ ਖੋਟ ਹੈ। ਕੁਨਾਰ, ਕੁਨਾਰ ਲਫ਼ਜ਼ ਵੀ ਨਾਰ ਦੇ ਨਾਲ ਕੁ ਅਗੇਤਰ ਲਗਾਇਆ ਗਿਆ, ਜਿਵੇਂ ਲਖਣੀ ਦੇ ਨਾਲ ਕੁ ਅਗੇਤਰ ਲਗਾ ਕੇ ਭੈੜੇ ਲੱਛਣਾਂ ਵਾਲੀ, ਉਵੇਂ ਹੀ ਕੁਨਾਰ ਦਾ ਅਰਥ ਹੈ ਭੈੜੀ ਨਾਰ ਜਾਂ ਭੈੜੀ ਇਸਤਰੀ। ਤਾਂ ਇਹਨਾਂ ਸਾਰੇ ਲਫ਼ਜ਼ਾਂ ਦੇ ਨਾਲ ਮਨਮੁਖ ਬੰਦੇ ਦੀ ਜੋ ਵਿਆਖਿਆ ਗੁਰੂ ਸਾਹਿਬ ਕਰ ਰਹੇ ਹਨ, ਜਿਹਦੇ ਅੰਦਰ ਔਗਣ ਹੀ ਔਗਣ ਹਨ, ਜਿਹਦਾ ਮਨ ਮੈਲਾ ਹੈ, ਜਿਹਦੇ ਲੱਛਣ ਪੂਰੇ ਹਨ, ਜਿਹਦਾ ਸਰੂਪ ਹੀ, ਜਿਹਦੀ ਹੋਂਦ ਹੀ ਬੁਰੀ ਹੈ। ਤਾਂ ਉਹਦੇ ਕਾਰਨ ਕੀ ਹੈ? ਫਿਰ ਅਗਲੀ ਪੰਕਤੀ ਦੇ ਅੰਦਰ ਕੁਝ ਇੱਕ ਗੱਲਾਂ ਦੇ ਨਾਲ ਇਹ ਗੱਲ ਨੂੰ ਥੋੜਾ ਜਿਹਾ ਸਪਸ਼ਟ ਕਰਦੇ ਹਨ ਗੁਰੂ ਸਾਹਿਬ ਕਿ ਵੀ ਕਿਉਂ ਐਸੀ ਕੁਲਖਣੀ ਹੈ, ਕੁਨਾਰ ਕਿਉਂ ਕਿਹਾ ਜਾ ਰਿਹਾ ਹੈ ਉਹਨੂੰ, ਕਿ ਫਿਰ ਛੋੜਿਆ ਘਰ ਆਪਣਾ ਪਰ ਪੁਰਖਾਂ ਨਾਲ ਪਿਆਰ। ਹੁਣ ਅੱਜ ਦੇ ਜ਼ਮਾਨੇ ਦੇ ਅੰਦਰ ਸ਼ਾਇਦ ਜੋ ਮਾਹੌਲ ਹੈ, ਖਾਸ ਤੌਰ ਤੇ ਵੈਸਟਰਨ ਵਰਲਡ ਦੇ ਅੰਦਰ, ਉਹ ਲੋਕ ਤਾਂ ਸ਼ਾਇਦ ਇਸ ਗੱਲ ਨੂੰ ਆਮ ਜਿਹੀ ਗੱਲ ਸਮਝਦੇ ਨੇ ਕਿ ਬਈ ਵਿਆਹੀ ਹੋਈ ਇਸਤਰੀ ਹੈ, ਉਹਦੇ ਦੂਜਿਆਂ ਨਾਲ ਵੀ ਸੰਬੰਧ ਹੈਗੇ ਨੇ। ਉਹ ਕਹਿੰਦੇ ਨੇ ਠੀਕ ਹੈ ਜੀ, ਉਹਦਾ ਮਨ ਕਰਦਾ, ਉਹਦੇ ਸੰਬੰਧ ਬਣ ਗਏ ਨੇ, ਕੋਈ ਨਹੀਂ ਗੱਲ। ਆਦਮੀ ਵੀ ਦੂਜੀਆਂ ਔਰਤਾਂ ਨਾਲ ਸੰਬੰਧ ਬਣਾ ਲੈਂਦੇ ਨੇ,
ਔਰਤਾਂ ਵੀ ਦੂਜੇ ਮਰਦਾਂ ਨਾਲ ਸੰਬੰਧ ਬਣਾ ਲੈਂਦੀਆਂ ਨੇ, ਉਹ ਇਹਨੂੰ ਆਮ ਜੀ ਗੱਲ ਸਮਝਦੇ ਨੇ। ਪਰ ਇਹ ਅੱਜ ਦੇ ਜ਼ਮਾਨੇ ਦੀ ਵੈਸਟਰਨ ਸੁਸਾਇਟੀ ਦੀ ਕਲਚਰ ਹੈ। ਹੋਂਦ ਭਾਵੇਂ ਇਸ ਦੀ ਹਿੰਦੁਸਤਾਨ 'ਚ ਵੀ ਹੋਏਗੀ, ਪਰ ਅਜੇ ਆਮ ਖੁੱਲੇ ਤੌਰ ਦੇ ਉੱਤੇ ਇਸ ਨੂੰ ਪ੍ਰਵਾਨਗੀ ਨਹੀਂ ਹੈ ਸਮਾਜ ਦੇ ਅੰਦਰ। ਜੋ ਐਸੇ ਲੋਕਾਂ ਦੇ ਬਾਰੇ ਚੰਗੇ ਵਿਚਾਰ ਨਹੀਂ ਰੱਖੇ ਜਾਂਦੇ, ਪਰ ਐਸੇ ਇਨਸਾਨ ਹੁੰਦੇ ਹਨ, ਇਸ ਗੱਲ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਲੇਕਿਨ ਜਿਸ ਸਮੇਂ ਦੀ ਇਹ ਰਚਨਾ ਗੁਰੂ ਅਮਰਦਾਸ ਪਾਤਸ਼ਾਹ ਦੀ ਹੈ, ਉਸ ਸਮਾਜ ਦਾ, ਉਸ ਵਕਤ ਦਾ ਜੋ ਮਾਹੌਲ ਸੀ, ਉਦੋਂ ਇਹ ਚੀਜ਼ ਜਿਹੜੀ ਸੀ ਬੜੀ ਰੇਅਰ ਸੀ। ਬਹੁਤ ਕੋਈ ਵਿਰਲੀ ਐਸੀ ਇਸਤਰੀ ਹੁੰਦੀ ਸੀ ਜਿਹੜੀ ਵਿਆਹੀ ਹੋਈ ਹੁੰਦਿਆਂ ਹੋਇਆਂ ਵੀ ਕਿਸੇ ਪਰਾਏ ਪੁਰਖ ਦੇ ਨਾਲ ਸੰਬੰਧ ਰੱਖਦੀ ਸੀ। ਹੋਂਦ ਤਾਂ ਸੀ ਉਦੋਂ ਵੀ, ਅਨਹੋਣੀ ਨਹੀਂ ਸੀ, ਪਰ ਕਾਮਨ ਨਹੀਂ ਸੀਗਾ। ਬਹੁਤ ਘੱਟ ਗਿਣਤੀ ਐਸੇ ਇਸਤਰੀਆਂ ਦੀ ਹੁੰਦੀ ਸੀ, ਤੇ ਉਹਨਾਂ ਨੂੰ ਸਮਾਜ ਦੇ ਵਿੱਚ ਬਹੁਤ ਹੀ ਮਾੜੀਆਂ ਔਰਤਾਂ ਸਮਝਿਆ ਜਾਂਦਾ ਸੀਗਾ। तो जिन्नी उपर ये शब्दावली वरती है, मैली, कामनी, कुलखनी, कुनार, तो इस तो भी वध होर कई ਜਿਹੜੇ ਹਨ ਉਹਨਾਂ ਦੇ ਨਾਲ ਲਫ਼ਜ਼ ਜੋੜ ਦਿੱਤੇ ਜਾਂਦੇ ਸਨ। ਦੁਹਾਗਨ ਵੀ ਕਿਹਾ ਜਾਂਦਾ ਸੀਗਾ, ਤੇ ਜਾਂ ਹੋਰ ਵੀ ਐਸੇ ਸ਼ਬਦਾਵਲੀ ਜਿਹੜੀ ਆਮ ਸਮਾਜ ਦੇ ਵਿੱਚ ਜਿਹੜੇ ਲਫ਼ਜ਼ਾਂ ਨੂੰ ਨਹੀਂ ਹੋਈ ਬੋਲਣਾ ਪਸੰਦ ਕੀਤਾ ਜਾਂਦਾ, ਭਾਵ ਕਿ ਉਹਨਾਂ ਨੂੰ ਕਈ ਤਰ੍ਹਾਂ ਦੀ ਗਾਲਾਂ ਕੱਢ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਦਾ ਇਸ ਤਰੀਕੇ ਦਾ ਆਚਰਨ ਹੁੰਦਾ ਸੀ ਕਿ ਪਿਰ ਛੋੜਿਆ ਘਰ ਆਪਣਾ ਪਰ ਪੁਰਖਿਆ ਨਾਲ ਪਿਆਰ। ਪਿਰ ਤੋਂ ਭਾਵ ਹੈ ਪਤੀ। ਆਪਣੇ ਪਤੀ ਨੂੰ ਜੋ ਘਰ ਜਿਸ ਘਰ ਵਿੱਚ ਉਹ ਵਸਦੀ ਹੈ, ਘਰ ਦੇ ਅੰਦਰ ਜਿਹਦੇ ਨਾਲ ਉਹ ਵਸਦੀ ਹੈ, ਉਹਨੂੰ ਛੱਡ ਕੇ ਪਰ ਪੁਰਖ ਹੈ, ਪਰਾਏ ਪੁਰਖ, ਪਰਾਏ ਮਰਦ ਦੇ ਨਾਲ ਉਹ ਪਿਆਰ ਕਰਨ ਵਾਲੀ ਇਸਤਰੀ ਜਿਹੜੀ ਹੈ, ਐਸੀ ਇਸਤਰੀ ਦੀ ਤੁਲਨਾ ਗੁਰੂ ਸਾਹਿਬ ਮਨਮੁਖ ਦੇ ਨਾਲ ਕਰ ਰਹੇ ਹਨ। ਕਾਰਨ ਕੀ ਹੈ ਕਿ ਬਈ ਮਨੁੱਖਾ ਜੀਵਨ ਪ੍ਰਭੂ ਪਰਮਾਤਮਾ ਵੱਲੋਂ ਸਾਨੂੰ ਦਾਤ ਦੇ ਰੂਪ ਵਿੱਚ ਮਿਲਿਆ ਹੈ, ਜਿਹਦਾ ਮਕਸਦ ਸੀ ਉਸ ਪ੍ਰਭੂ ਪਤੀ ਦੇ ਨਾਲ ਮਿਲਾਪ ਹਾਸਲ ਕਰਨਾ। ਹੋਰ ਕੋਈ ਐਸੀ ਜੂਨੀ ਨਹੀਂ ਹੈ ਜਿਹਦੇ ਵਿੱਚ ਕੋਈ ਜੀਵ ਜੰਤੂ ਪਰਮਾਤਮਾ ਦੇ ਨਾਲ ਇੱਕ ਮਿਕਤਾ ਅਭੇਦਤਾ ਹਾਸਲ ਕਰ ਸਕੇ। ਤੋ ਇਸ ਮਨੁੱਖਾ ਜੂਨੀ ਜਿਹੜੀ ਹੈ ਉਹ ਸਪੈਸ਼ਲੀ ਇਸ ਮਕਸਦ ਵਾਸਤੇ ਪਰਮਾਤਮਾ ਵੱਲੋਂ ਰਚੀ ਗਈ। ਐਸੇ ਗੁਣ ਇਨਸਾਨ ਨੂੰ ਪਰਮਾਤਮਾ ਨੇ ਬਖਸ਼ਿਸ਼ ਵਜੋਂ ਦਿੱਤੇ, ਵਿਵੇਕ ਬੁੱਧੀ ਦਿੱਤੀ, ਚੰਗੇ ਮਾੜੇ ਦੀ ਸੋਝੀ, ਅੱਗੋਂ ਵਾਸਤੇ ਸਮੇਂ ਦੇ ਵਾਸਤੇ ਪਲੈਨਿੰਗ ਕਰਨ ਦੀ ਸਮਰੱਥਾ, ਪੁਰਾਣੇ ਬੀਤ ਚੁੱਕੇ ਸਮੇਂ ਦੇ ਘਟਨਾਵਾਂ ਤੋਂ ਸਿੱਖਿਆ ਲੈ ਕੇ ਆਪਣੇ ਆਚਰਨ ਨੂੰ ਘੜ ਸਕਣ ਦੀ ਸਮਰੱਥਾ। ਇਹ ਸਾਰੀਆਂ ਕੁਆਲਿਟੀਆਂ ਜਿਹੜੀਆਂ ਇਨਸਾਨ ਦੇ ਅੰਦਰ ਹੀ ਹਨ, ਜਿਹੜੀਆਂ ਹੋਰਾਂ ਜੀਵ ਜੰਤੂਆਂ ਵਿੱਚ ਨਹੀਂ ਮਿਲਦੀਆਂ। ਇਹ ਸਾਰੀਆਂ ਦਾਤਾਂ ਪ੍ਰਭੂ ਤੋਂ ਮਿਲੀਆਂ ਹੋਣ ਦੇ ਬਾਵਜੂਦ ਵੀ ਅਗਰ ਜੇ ਕੋਈ ਇਨਸਾਨ ਆਪਣੀ ਸਾਰੀ ਜ਼ਿੰਦਗੀ ਕੇਵਲ ਮਾਇਆ ਦੇ ਰਸਾਂ ਦੇ ਵਿੱਚ ਹੀ ਖਚਤ ਰਹਿ ਕੇ, ਮਾਇਆ ਦੇ ਸਵਾਦ ਦੇ ਵਿੱਚ ਹੀ ਖਚਤ ਰਹਿ ਕੇ ਬਿਤਾ ਦੇਵੇ, ਤੇ ਉਹ ਜਿਹੜੀਆਂ ਬਖਸ਼ਿਸ਼ਾਂ ਕਰਨ ਵਾਲਾ ਦਾਤਾ ਹੈ ਉਹਨੂੰ ਵਿਸਾਰ ਦੇਵੇ, ਤਾਂ ਇਹ ਅਕਿਰਤ ਘਣਤਾ ਦੀ ਜੋ ਕਿਰਦਾਰ ਹੈ ਉਸ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਤੇ ਉਹਨਾਂ ਦੇ ਮੁਤਾਬਕ ਇਹ ਐਸਾ ਆਚਰਨ ਹੈ ਕਿ ਜਿਹੜਾ ਆਪਣੇ ਪਤੀ ਨੂੰ ਛੱਡ ਕੇ ਕਿਸੇ ਪਰਾਏ ਪੁਰਖ ਦੇ ਨਾਲ ਪਿਆਰ ਕਰਨ ਵਾਲੀ ਇਸਤਰੀ ਦਾ ਆਚਰਨ ਹੈ, ਜਿਹਦੀ ਸਾਰਾ ਸਮਾਜ ਨਿੰਦਾ ਕਰਦਾ ਹੈ। ਤਾਂ ਗੁਰੂ ਸਾਹਿਬ ਦੀ ਨਜ਼ਰਾਂ ਦੇ ਵਿੱਚ ਉਹ ਮਨਮੁਖ ਇਨਸਾਨ ਜਿਹੜਾ ਪ੍ਰਭੂ ਨੂੰ ਵਿਸਾਰ ਕੇ ਕੇਵਲ ਮਾਇਆ ਦੇ ਪਿਆਰ ਦੇ ਵਿੱਚ ਹੀ ਖਚਤ ਰਹਿੰਦਾ ਹੈ, ਗੁਰੂ ਸਾਹਿਬ ਦੀ ਨਜ਼ਰਾਂ ਦੇ ਅੰਦਰ ਉਹ ਵੀ ਉਨਾ ਹੀ ਨਿੰਦਨਯੋਗ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਉਹਦੀ ਤੁਲਨਾ ਇਸ ਮੈਲੀ, ਕਾਮਨੀ, ਕੁਲਖਣੀ, ਕੁਨਾਰ ਐਸੀ ਇਸਤਰੀ ਨਾਲ ਕਰਦੇ ਹਨ ਜਿਨਨੇ ਆਪਣੇ ਪਤੀ ਨੂੰ ਛੱਡ ਕੇ ਕਿਸੇ ਪਰਾਏ ਪੁਰਖ ਦੇ ਨਾਲ ਪਿਆਰ ਪਾ ਲਿਆ ਹੋਵੇ। ਤਾਂ ਉਸ ਮਨਮੁਖ ਦੀ ਸਾਰੀ ਜ਼ਿੰਦਗੀ 'ਚ ਫਿਰ ਅਵਸਥਾ ਕੀ ਰਹਿੰਦੀ ਹੈ ਕਿ ਮਾਇਆ ਦੇ ਪਿਆਰ ਦੇ ਵਿੱਚ ਖਚਤ ਹੋਏ ਨੂੰ ਕਿ ਉਹਦੀ ਭੁੱਖ ਕਦੀ ਮਿਟਦੀ ਨਹੀਂ ਹੈ। ਤਾਂ ਐਸੀ ਜੀਵ ਇਸਤਰੀ ਦੀ ਵਿਆਖਿਆ ਕਰਦੇ ਹੋਏ ਤੀਸਰੀ ਪੰਕਤੀ 'ਚ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਕਿ ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ। ਤ੍ਰਿਸ਼ਨਾ ਨੂੰ ਅੱਗ ਦੇ ਨਾਲ ਤੁਲਨਾ ਦਿੱਤੀ ਗਈ ਹੈ। ਗੁਰਬਾਣੀ 'ਚ ਵੀ ਕਈ ਥਾਂ ਦੇ ਉੱਤੇ ਇਸ ਤ੍ਰਿਸ਼ਨਾ ਦੀ, ਅਗਨੀ ਦੀ ਗੱਲ ਕੀਤੀ ਜਾਂਦੀ ਹੈ। ਤਾਂ ਜਿਹੜਾ ਮਾਇਆ ਦੇ ਨਾਲ ਖਚਤ ਹੈ ਇਨਸਾਨ, ਜਿਹਦਾ ਪਿਆਰ ਮਾਇਆ ਦੇ ਨਾਲ ਹੈ, ਉਹਦੇ ਅੰਦਰ ਤ੍ਰਿਸ਼ਨਾ ਹਮੇਸ਼ਾ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ। ਹੋਰ ਦੀ ਕਾਮਨਾ ਉਹਨੂੰ ਹਮੇਸ਼ਾ ਹੀ ਰਹਿੰਦੀ ਹੈ। ਜੋ ਕੁਝ ਉਹਦੀਆਂ ਮੰਗਾਂ ਪੂਰੀਆਂ ਹੋ ਵੀ ਜਾਂਦੀਆਂ ਹਨ, ਤਾਂ ਜਿਹੜੀ ਕੋਈ ਇੱਕ ਮੰਗ ਪੂਰੀ ਹੁੰਦੀ ਹੈ ਉਹ 10 ਮੰਗਾਂ ਨੂੰ ਹੋਰ ਜਨਮ ਦੇ ਦਿੰਦੀ ਹੈ। ਹੁਣ ਮੈਨੂੰ ਹੋਰ ਇਹ ਚਾਹੀਦਾ ਹੈ, ਫਲਾਣੀ ਚੀਜ਼ ਚਾਹੀਦੀ ਹੈ।
तो ਉਹਦੀਆਂ ਮੰਗਾਂ ਕਦੇ ਪੂਰੀਆਂ ਹੁੰਦੀਆਂ ਨਹੀਂ। तो ਇਹ ਤ੍ਰਿਸ਼ਨਾ ਦੀ ਅੱਗ ਉਹਦੇ ਅੰਦਰ ਮਾਨੋ ਬਲਦੀ ਰਹਿੰਦੀ ਹੈ। तो ਉਸਦੇ ਮਨ ਦੀ ਅਵਸਥਾ ਕੈਸੀ ਹੁੰਦੀ ਹੈ, ਉਸ ਨੂੰ ਡਿਸਕ੍ਰਾਈਬ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਸੜਦੀ ਹੋਈ ਉਹ ਜੀਵ ਇਸਤਰੀ ਹਮੇਸ਼ਾ ਕਲਪਦੀ ਹੈ, ਦੁਖੀ ਹੁੰਦੀ ਹੈ ਅਤੇ ਪੁਕਾਰ ਕਰਦੀ ਹੈ ਕਿ ਵੀ ਮੈਨੂੰ ਕੋਈ ਇਸ ਅੱਗ ਤੋਂ ਬਚਾ ਲਵੇ, ਮੇਰੀ ਕੋਈ ਤ੍ਰਿਸ਼ਨਾ ਦੀ ਪਿਆਸ ਮਿਟਾ ਦੇਵੇ। ਉਹਦੀ ਉਹ ਪਿਆਸ ਜਾਂ ਉਹ ਜਲਨ ਕਦੀ ਖਤਮ ਹੁੰਦੀ ਨਹੀਂ ਹੈ। ਪਰ ਇਹ ਫੈਕਟ ਆਫ ਲਾਈਫ ਹੈ ਕਿ ਵੀ ਜਿਹੜਾ ਬੰਦਾ ਕੇਵਲ ਤੇ ਕੇਵਲ ਮਾਇਆ ਦੇ ਹੀ ਮਗਰ ਭਜਦਾ ਹੈ ਤਾਂ ਇਹ ਦੌੜ ਐਸੀ ਹੁੰਦੀ ਹੈ ਕਿ ਜਿਵੇਂ ਕੋਈ ਕਿਸੇ ਮਿਰਗ ਤ੍ਰਿਸ਼ਨਾ ਦੀ ਜਿਵੇਂ ਮਿਸਾਲ ਦਿੱਤੀ ਜਾਂਦੀ ਹੈ ਕਿ ਹਿਰਨ ਜਿਵੇਂ ਰੇਗਿਸਤਾਨ ਦੇ ਅੰਦਰ ਪਾਣੀ ਨੂੰ ਢੂੰਡਦਾ ਐਸੇ ਪਾਣੀ ਨੂੰ ਢੂੰਡਦਾ ਫਿਰਦਾ ਹੈ ਜਿਹਦੀ ਅਸਲ ਹੋਂਦ ਹੁੰਦੀ ਨਹੀਂ ਹੈ, ਉਹ ਕੇਵਲ ਇੱਕ ਛਲਾਵਾ ਹੀ ਹੁੰਦਾ ਹੈ। ਤੇ ਫਿਰ ਉਹ ਸੜਦੀ ਧੁੱਪ 'ਚ ਸੜਦੀ ਰੇਤ ਦੇ ਉੱਪਰ ਉਹ ਜਾਨ ਗਵਾ ਬੈਠਦਾ ਹੈ, ਉਹ ਪਾਣੀ ਉਹਨੂੰ ਪ੍ਰਾਪਤ ਨਹੀਂ ਹੁੰਦਾ। ਤੋ ਇਹ ਜੋ ਮਾਇਆ ਦੇ ਪਿਆਰ ਦੇ ਵਿੱਚ ਜਿਹੜੇ ਖਚਿਤ ਹੁੰਦੇ ਹਨ ਉਹਨਾਂ ਦੀ ਵੀ ਸਾਰੀ ਜ਼ਿੰਦਗੀ ਇਸ ਹੋਰ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਿਆਂ ਹੋਇਆਂ ਹੀ ਖਤਮ ਹੋ ਜਾਂਦੀ ਹੈ। तो ऐसा इंसान का जीवन जो अमोलक जन्म है, मनुखा जीवनी है, वो अजाई गवा जाती है। तो गुरु साहब अंतली पंक्ति च कहते हैं कि नाम तो टुटी हुई ऐसी जीव स्त्री की अवस्था की होंगी है, नानक बिन नाम है कुरूप कुसोहनी पर हर छोड़ी पतार। कि वो ऐसी स्त्री वर्गी होंगी है जिदा जिहड़ी कुरूप है, कुरूप ਇਹ ਫਿਰ ਕੂ ਅਗੇਤਰ ਲੱਗਿਆ ਹੈ ਰੂਪ ਦੇ ਅੱਗੇ। ਰੂਪ ਦਾ ਮਤਲਬ ਹੁੰਦਾ ਹੈ ਸੁੰਦਰਤਾ। ਕੁਰੂਪ ਜਿਹਦੀ ਸੁੰਦਰਤਾ ਨਹੀਂ ਹੈ, ਜੋ ਭੈੜੀ ਹੈ, ਜਿਹਦੇ ਅੰਦਰ ਸੁਹੱਪਣ ਨਹੀਂ ਹੈ, ਤੋ ਕੋਝੀ ਹੈ। ਕੁਸੋਹਣੀ ਉਹਦਾ ਵੀ ਇਹੀ ਭਾਵ ਹੈ, ਜਿਹਦੇ ਅੰਦਰ ਸੁਹੱਪਣ ਨਹੀਂ ਹੈ, ਤੋ ਜਿਹੜੀ ਦੇਖਣ ਨੂੰ ਭੈੜੀ ਲੱਗਦੀ ਹੈ, ਮਾੜੀ ਹੈ, ਜਿਹਨੂੰ ਕੋਈ ਦੇਖਣਾ ਪਸੰਦ ਨਹੀਂ ਕਰਦਾ। ਔਰ ਅਗਲੇ ਲਫ਼ਜ਼ ਹਨ ਕਿ ਪਰ ਹਰ ਛੋਡੀ ਪਤਾਰ। ਪਤਾਰ ਦਾ ਅਰਥ ਹੁੰਦਾ ਹੈ ਪਤੀ। तो ऐसी स्त्री है जिन्हों पति नहीं छड़ दिता है, उन्हें ही नहीं पसंद किया, उन्होंने ही माड़ी लगन लग गई है। और पुराने भारतीय समाज के अंदर ये किसी औरत वास्ते बहुत ही वड्डा जिहड़ा दोष मन्निया जाता सीगा कि जिन्हों उहदे पति ने छड़ दिता होवे। सो मनमुख इंसान जिहड़ा अपने मन के मगर लग के केवल माया के अंदर ही खचित रहिंदा है, प्रभु नूं भुला बैठदा है, उहदा जो आचरण है, जो ਉਹਦੇ जीवन का बयान है गुरु साहब ने ऐसी स्त्री के आचरण के नाल कीता है जिन्हें अपने पति ਨੂੰ ਛੱਡ ਕੇ ਕਿਸੇ ਪਰਾਏ ਪੁਰਖ ਦੇ ਨਾਲ ਚਿੱਤ ਜੋੜ ਲਿਆ ਹੋਵੇ, ਜਿਹਦੇ ਅੰਦਰ ਕੋਈ ਗੁਣ ਨਾ ਹੋਵੇ, ਜਿਹਦਾ ਮਨ ਖੋਟਾ ਹੋਵੇ, ਜਿਹਨੂੰ ਦੇਖਣਾ ਵੀ ਕੋਈ ਪਸੰਦ ਨਾ ਕਰਦਾ ਹੋਵੇ ਔਰ ਜਿਹਨੂੰ ਉਹਦਾ ਪਤੀ ਵੀ ਉਹਨੂੰ ਛੱਡ ਦੇਵੇ। तो मनमुख मैली कामनी कुलखनी कुनार फिर छोड़िया कर अपना पर पुरखै नाल प्यार तृष्णा कदे ना चुकई। चुकई का अर्थ होता है मुकना, खत्म होना। वो तृष्णा कदे भी मुकती नहीं है। जल्दी करे पुकार, जल्दी भावे भाव सड़दी हुई बलदी हुई, जल्दी बलदी सड़दी हुई वो पुकार करती है कि मैनू कोई बचा लवे। पर वो गुरु साहब की नज़रों के अंदर कुरूप वो कुसोहनी ऐसी स्त्री है जिन्हों वो पति ने भी छड़ दिता है। तो ये इत्थे जो पति तो भाव है प्रभु परमात्मा की गल हो रही है कि मनमुखा नूं फिर परमात्मा भी अपनी दरगाह दे विच थां नहीं दिंदा ते उन्हां नूं मुड़ के फिर जन्म मरण के गेड़ च भटकना पैंदा है। प्रभु की दरगाह च भी उन्हां नूं भी कोई थां नहीं मिलती। अगला श्लोक भी गुरु अमरदास पातशाह दा है, महला तीजा। शबद रत्ती सुहागनी सतगुर कै पाए प्यार सदा रावे फिर अपना सच्चे प्रेम प्यार अत सुवालियो सुंदरी शोभावंती नार नानक नाम सुहागनी मेले मेली मेलन हार। हुण पहले श्लोक के अंदर मनमुख का चित्रण किया गया है, इस श्लोक के अंदर गुरमुख का चित्रण है जिहड़ी सतगुर दे पाए प्यार विच है, सतगुर दे प्यार दे विच है, सतगुर दे हुक्म के अनुसार जीवन जिउंदी है, शबद दे विच रत्ती हुई है। शबद भाव गुरु का उपदेश। सो शबद रत्ती सुहागनी,
तो ऐसे गुरमुख ਦੀ ਤੁਲਨਾ ਗੁਰੂ ਸਾਹਿਬ ਉਸ ਸੁਹਾਗਣ ਦੇ ਨਾਲ ਕਰ ਰਹੇ ਹਨ ਜਿਹੜੀ ਆਪਣੇ ਪਤੀ ਦੇ ਨਾਲ ਬਹੁਤ ਪਿਆਰ ਕਰਦੀ ਹੈ ਔਰ ਉਹਦੀ ਹਰ ਗੱਲ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੀ ਹੈ। ਸ਼ਬਦ ਰੱਤੀ ਸੁਹਾਗਣੀ, तो ਇੱਥੇ ਗੁਰਮੁਖ ਉਸ ਸੁਹਾਗਣ ਇਸਤਰੀ ਵਾਂਗ ਹੈ ਜਿਹੜੀ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ, ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਵਿੱਚ ਹੀ ਆਪਣੇ ਆਪ ਨੂੰ ਰੰਗ ਲੈਂਦੀ ਹੈ ਤੇ ਉਹਦੇ ਹੁਕਮਾਂ ਦੇ ਅਨੁਸਾਰ ਹੀ ਪਿਆਰ ਦੇ ਵਿੱਚ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਜੋੜ ਲੈਂਦੀ ਹੈ। ਅਗਲੀ ਪੰਕਤੀ 'ਚ ਗੁਰੂ ਸਾਹਿਬ ਨੇ ਉਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਦਾ ਰਾਵੇ ਫਿਰ ਆਪਣਾ ਸੱਚਾ ਪ੍ਰੇਮ ਪਿਆਰ। ਸਦਾ ਰਾਵੇ, ਰਾਵੇ ਤੋਂ ਭਾਵ ਹੈ ਕਿ ਉਹਦੇ ਮਿਲਾਪ ਦਾ, ਉਹਦੇ ਨਾਲ ਉਹਦੀ ਸੰਗਤ ਦਾ ਆਨੰਦ ਮਾਣਦੀ ਹੈ ਆਪਣੇ ਪਤੀ ਦਾ। ਉਹ ਪਰ ਪੁਰਖੇ ਨਾਲ ਪਿਆਰ ਨਹੀਂ ਕਰਦੀ, ਆਪਣੇ ਪਿਰ ਦੇ ਨਾਲ ਮਿਲਾਪ ਕਰਦੀ ਹੈ ਤੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਿਆਂ ਹੋਇਆਂ ਸੱਚਾ ਪ੍ਰੇਮ ਪਿਆਰ, ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਪਰਮਾਤਮਾ ਦੇ ਪਿਆਰ ਦੇ ਵਿੱਚ ਹੀ ਰੰਗੀ ਰਹਿੰਦੀ ਹੈ। ਤਾਂ ਗੁਰੂ ਦੀ ਸ਼ਰਨ ਵਿੱਚ ਜਿਹੜਾ ਵੀ ਗੁਰਸਿੱਖ ਪੈਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਦਾ ਹੈ ਔਰ ਗੁਰੂ ਦਾ ਉਪਦੇਸ਼ ਉਹਨੂੰ ਗਾਈਡ ਕਰਦਾ ਹੈ ਕਿ ਤੂੰ ਪ੍ਰਭੂ ਦੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਜੋੜਨਾ ਹੈ, ਆਪਣੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਟਿਕਾਣਾ ਹੈ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨਾ ਹੈ। ਤਾਂ ਇਹੀ ਗੁਰੂ ਦੇ ਉਪਦੇਸ਼ ਨੂੰ ਜੋ ਕਮਾਈ ਕਰਦੇ ਹਨ, ਉਹਨਾਂ ਦਾ ਪਿਆਰ ਪ੍ਰਭੂ ਦੇ ਨਾਲ ਪੈ ਜਾਂਦਾ ਹੈ ਤੇ ਉਹ ਹਮੇਸ਼ਾ ਹੀ ਉਹਦੀ ਯਾਦ ਦੇ ਵਿੱਚ ਉਹਦੀਆਂ ਸਿਫਤਾਂ ਦੇ ਨਾਲ, ਉਹਦੀ ਵਡਿਆਈਆਂ ਦੇ ਨਾਲ ਆਪਣੀ ਸੁਰਤ ਨੂੰ ਜੋੜੀ ਰੱਖਦੇ ਹਨ। ਤਾਂ ਐਸੇ ਸਰਬ ਗੁਣ ਸੰਪੰਨ ਪਰਮਾਤਮਾ ਦੇ ਨਾਲ ਜਿਹੜੇ ਪਿਆਰ ਕਰਦੇ ਹਨ ਤਾਂ ਉਹ ਪਰਮਾਤਮਾ ਦੀਆਂ ਸਿਫਤਾਂ, ਪਰਮਾਤਮਾ ਦੀਆਂ ਵਡਿਆਈਆਂ, ਉਹਦੇ ਗੁਣ ਉਸ ਭਗਤ ਦੇ ਅੰਦਰ ਵੀ, ਉਸ ਜੀਵ ਇਸਤਰੀ ਦੇ ਅੰਦਰ ਵੀ ਪ੍ਰਵੇਸ਼ ਕਰ ਜਾਂਦੇ ਹਨ। ਉਹਦੇ ਜੀਵਨ ਦੇ ਅੰਦਰ ਵੀ ਪਰਮਾਤਮਾ ਵਾਲੇ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਹਦਾ ਸਦਕਾ ਉਹ ਵੀ ਗੁਣਵੰਤੀ ਬਣ ਜਾਂਦੀ ਹੈ, ਉਹਦੇ ਅੰਦਰ ਵੀ ਗੁਣਾਂ ਦੀ ਸੁੰਦਰਤਾ ਆ ਜਾਂਦੀ ਹੈ, ਜਿਹਦਾ ਸਦਕਾ ਉਹਦੀ ਸ਼ੋਭਾ ਵੀ ਸੰਸਾਰ ਵਿੱਚ ਵੀ ਹੁੰਦੀ ਹੈ ਤੇ ਦਰਗਾਹ ਦੇ ਵਿੱਚ ਵੀ ਉਹਨੂੰ ਇੱਜ਼ਤ ਮਾਨ ਮਿਲਦਾ ਹੈ। ਤਾਂ ਇਸੇ ਹੀ ਭਾਵ ਨੂੰ ਬਿਆਨ ਕਰਦਿਆਂ ਹੋਇਆਂ ਗੁਰੂ ਅਗਲੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਤ ਸੁਆਲਿਓ ਸੁੰਦਰੀ ਸ਼ੋਭਾਵੰਤੀ ਨਾਰ। ਸੁਆਲਿਓ ਦਾ ਅਰਥ ਵੀ ਸੋਹਣੀ ਹੁੰਦਾ ਹੈ, ਸੁੰਦਰੀ ਦਾ ਅਰਥ ਵੀ ਸੋਹਣੀ ਹੈ। ਸੁਆਲਿਓ ਦਾ ਜੋ ਅਖਰੀ ਅਰਥ ਹੈ ਉਹ ਸੋਹਣੇ ਰੂਪ ਵਾਲਾ ਜਾਂ ਸੋਹਣੇ ਰੂਪ ਵਾਲੀ। ਅਤ ਸੁਆਲਿਓ ਬਹੁਤ ਜ਼ਿਆਦਾ ਸੋਹਣੀ, ਸੁੰਦਰੀ ਸੁੰਦਰ ਇਸਤਰੀ, ਸ਼ੋਭਾਵੰਤੀ ਨਾਰ ਉਹ ਬਹੁਤ ਸੋਹਣੇ ਰੂਪ ਵਾਲੀ ਤੇ ਸ਼ੋਭਾ ਵਾਲੀ ਉਹ ਜੀਵ ਇਸਤਰੀ ਹੋ ਜਾਂਦੀ ਹੈ। ਸਾਰੇ ਜਗਤ ਦੇ ਵਿੱਚ ਵੀ ਹੋਰ ਸਤਸੰਗੀ ਵੀ ਸਾਰੇ ਉਹਦੀ ਸ਼ੋਭਾ ਕਰਦੇ ਹਨ ਕਿ ਇਹ ਗੁਰਮੁਖ ਜਿਹੜੇ ਹਨ ਇਹ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਹਨ। ਤਾਂ ਇਸ ਕਰਕੇ ਬਾਕੀ ਦੇ ਜਿਹੜੇ ਸਤਸੰਗੀ ਹਨ ਉਹ ਵੀ ਉਹਨਾਂ ਦੀ ਸ਼ੋਭਾ ਕਰਦੇ ਹਨ, ਉਹਨਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਕਿਉਂਕਿ ਜਿਹੜਾ ਵੀ ਪ੍ਰਭੂ ਦੇ ਪਿਆਰ ਦੇ ਵਿੱਚ ਜੁੜਦਾ ਹੈ, ਪ੍ਰਭੂ ਦੇ ਗੁਣਾਂ ਦਾ ਉਹਦੇ ਉੱਤੇ ਪ੍ਰਭਾਵ ਪੈਂਦਾ ਹੈ ਔਰ ਉਹਦੇ ਅੰਦਰ ਵੀ ਪ੍ਰਭੂ ਵਾਲੇ ਗੁਣ ਪ੍ਰਗਟ ਹੁੰਦੇ ਹਨ। ਤਾਂ ਉਹਦਾ ਬਾਕੀਆਂ ਸਭ ਦੇ ਨਾਲ ਜੋ ਵਰਤੋਂ ਵਿਹਾਰ ਹੈ, ਮੇਲ ਮਿਲਾਪ ਹੈ, ਉਹ ਵੀ ਐਸਾ ਹੋ ਜਾਂਦਾ ਹੈ ਜਿਹਦੇ ਵਿੱਚ ਪ੍ਰੇਮ ਪਿਆਰ ਅਤੇ ਸਭ ਦੇ ਨਾਲ ਇੱਕ ਤਰੀਕੇ ਦਾ ਜਸਟ ਐਂਡ ਫੇਅਰ ਟ੍ਰੀਟਮੈਂਟ ਵਾਲੀ ਜੋ ਭਾਵਨਾ ਹੈ ਉਹਦੇ ਜੀਵਨ ਵਿੱਚ ਹਮੇਸ਼ਾ ਹੁੰਦੀ ਹੈ। ਕਿਸੇ ਦੇ ਨਾਲ ਉਹ ਧੱਕਾ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਸੋਚਦਾ, ਸਭ ਦਾ ਸਰਬੱਤ ਦੇ ਭਲੇ ਦੀ ਭਾਵਨਾ ਉਹਦੇ ਅੰਦਰ ਹਮੇਸ਼ਾ ਰਹਿੰਦੀ ਹੈ। ਤਾਂ ਐਸੇ ਇਨਸਾਨ ਨੂੰ ਬਾਕੀ ਦੇ ਜਿਹੜੇ ਉਹਦੇ ਮੇਲ ਮਿਲਾਪ ਵਾਲੇ ਹਨ ਉਹ ਵੀ ਫਿਰ ਉਹਦੇ ਨਾਲ ਪਿਆਰ ਕਰਦੇ ਹਨ, ਉਹਦੀ ਇੱਜ਼ਤ ਕਰਦੇ ਹਨ। ਤਾਂ ਇਸ ਕਰਕੇ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਅਤ ਸੁਆਲਿਓ ਸੁੰਦਰੀ ਸ਼ੋਭਾਵੰਤੀ ਨਾਰ। ਤਾਂ ਅਸਲ ਸੁਹੱਪਨ, ਅਸਲ ਸੁੰਦਰਤਾ ਸਰੀਰ ਦੀ ਨਹੀਂ ਹੈ, ਅਸਲ ਸੁੰਦਰਤਾ ਹੈ ਸੁਭਾਅ ਦੀ, ਆਚਰਨ ਦੀ। तो ऐसे जीव इस्त्री के अंदर आचरण की सुंदरता आ जाती है जिस करके वो सारे समाज के विच शोभा होंदी है। तो आखिरली पंक्ति में गुरु साहब कहते हैं कि असल मैने दे अंदर सुहागनी नाम ही उसका है जिन्हों उस मिलनहार प्रभु ने अपने नाल मिला लिया है। तो जिहदे उत्ते परमात्मा की बख्शिश हुंदी है और परमात्मा की बख्शिश का पात्र बनता कौन है? वही बनता है जिहड़ा गुरु के हुक्म की कमाई करता है, जिहड़ा गुरु के शब्द की कमाई करता है। तो शब्द रत्ती सुहागनी सतगुर कह पाए प्यार, जिहदा जीवन इस तरीके नाल घड़िया जाता है। गुरु साहब फरमा रहे हैं कि नानक नाम सुहागनी मेली मिलनहार, वो नाम दे विच जुड़न करके वो सुहागन हो जाती है,
ਉਸ ਪਤੀ ਦੀ ਹਮੇਸ਼ਾ ਸੰਗਤ ਵਿੱਚ ਰਹਿੰਦੀ ਹੈ, ਉਹਦੇ ਨਾਲ ਹੀ ਰਹਿੰਦੀ ਹੈ, ਤੇ ਪ੍ਰਭੂ ਵੀ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ, ਆਪਣੇ ਵਿੱਚ ਮਿਲਾ ਲੈਂਦਾ ਹੈ, ਇੱਕਮਿਕ ਕਰ ਲੈਂਦਾ ਹੈ। ਤੋ ਜਿਹੜੇ ਭਗਤਾਂ ਵੱਲੋਂ ਇਹ ਇਸ ਤਰੀਕੇ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਗਈਆਂ ਹਨ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲਿਆ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਤੋ ਜਿਸ ਅਵਸਥਾ ਦਾ ਉਹ ਜ਼ਿਕਰ ਹੁੰਦਾ ਹੈ ਜਿਹਦੇ ਵਿੱਚ ਰਾਮ ਤੇ ਕਬੀਰ ਦੇ ਵਿੱਚ ਕੋਈ ਭੇਦ ਹੀ ਨਹੀਂ ਰਹਿ ਜਾਂਦਾ, ਕੋਈ ਪਛਾਣ ਹੀ ਨਹੀਂ ਕਰ ਸਕਦਾ ਕਿ ਕਿਹੜਾ ਕਿੱਥੇ ਕਬੀਰ ਦੀ ਹੋਂਦ ਹੈ ਤੇ ਕਿੱਥੇ ਪ੍ਰਮਾਤਮਾ ਹੈ, ਭਾਵ ਉਹਦਾ ਹੀ ਰੂਪ ਹੋ ਜਾਂਦਾ ਹੈ। ਤੋ ਐਸੀ ਅਸਲ ਸੁਹਾਗਨ ਅਤ ਸਵਾਲਿਓ ਸੁੰਦਰੀ, ਸ਼ੋਭਾਵੰਤੀ ਨਾਰ, ਨਾਨਕ ਨਾਮ ਸੁਹਾਗਨੀ ਮੇਲੀ ਮਿਲਨਹਾਰ। ਨਾਮ ਦੇ ਵਿੱਚ ਜੁੜੀ ਹੋਈ ਐਸੀ ਸੁਹਾਗਨ ਇਸਤਰੀ ਨੂੰ ਉਹ ਪ੍ਰਭੂ ਪਰਮਾਤਮਾ ਆਪਣੇ ਨਾਲ ਮੇਲ ਕੇ ਅਭੇਦ ਕਰ ਲੈਂਦਾ ਹੈ। ਤੋ ਦੋਨਾਂ ਸ਼ਲੋਕਾਂ ਦੇ ਅੰਦਰ ਇੱਕ ਦੇ ਵਿੱਚ ਕੁਲੱਖਣੀ ਕੁਨਾਰ ਦੀ ਐਗਜ਼ਾਮਪਲ ਤੇ ਇੱਕ ਦੇ ਵਿੱਚ ਸੁਹਾਗਨ ਸਵਾਲਿਓ ਸੁੰਦਰੀ ਦੀ ਐਗਜ਼ਾਮਪਲ ਲੈ ਕੇ ਮਨਮੁਖ ਅਤੇ ਗੁਰਮੁਖ ਦੀਆਂ ਜੋ ਅਵਸਥਾਵਾਂ ਨੇ ਗੁਰੂ ਸਾਹਿਬ ਨੇ ਦੋਵਾਂ ਦਾ ਜੋ ਹੈ ਉਹ ਬਿਆਨ ਕੀਤਾ ਹੈ। ਤੋ ਆਓ ਹੁਣ ਪੌੜੀ ਦੇ ਅੰਦਰ ਦਰਸ਼ਨ ਕਰਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਹਨ, ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਥੇ ਕਾਢਿਆ, ਹਰ ਤੁਧਨੋਂ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਹਰ ਨਿਮਾਣਿਆ ਤੂੰ ਮਾਨ, ਹਰ ਡਾਢੀ ਹੂੰ ਤੂੰ ਡਾਢਿਆ, ਹਰ ਅੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਪਰਮਾਤਮਾ ਨੂੰ ਸੰਬੋਧਨ ਕਰਕੇ ਪ੍ਰਭੂ ਦੀ ਉਸਤਤ ਕਰਦਿਆਂ ਹੋਇਆਂ, ਉਸ ਦੀ ਵਡਿਆਈ ਕਰਦਿਆਂ ਹੋਇਆਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹਰ ਤੇਰੀ ਸਭ ਕਰੈ ਉਸਤਤ। हे ਪ੍ਰਭੂ, ਸਭ ਜੀਵ ਤੇਰੀ ਹੀ ਉਸਤਤ ਕਰਦੇ ਹਨ, ਤੇਰੀ ਸਿਫਤ ਸਲਾਹ ਕਰਦੇ ਹਨ, ਤੇਰੇ ਹੀ ਗੁਣ ਗਾਉਂਦੇ ਹਨ। ਐਸੇ ਪ੍ਰਭੂ ਦੇ ਜਿਸ ਪ੍ਰਭੂ ਨੇ ਮਾਇਆ ਦੇ ਵਿੱਚ ਫਸੇ ਹੋਏ ਜੀਵਾਂ ਨੂੰ ਕੱਢ ਲਿਆ ਹੈ। ਇਹ ਗੱਲ ਗੁਰਬਾਣੀ 'ਚ ਅਨੇਕਾਂ ਵਾਰ ਗੁਰਬਾਣੀ ਦੇ ਵਿੱਚ ਮੈਂਸ਼ਨ ਕੀਤੀ ਗਈ ਹੈ ਕਿ ਉਸ ਸਿਰਜਣਹਾਰ ਪ੍ਰਭੂ ਨੇ ਹੀ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਸਭ ਤਰ੍ਹਾਂ ਦੇ ਜੀਵ ਜੰਤੂ ਬਣਾਏ, ਮਨੁੱਖਾਂ ਜੂਨੀ ਵੀ ਦਿੱਤੀ ਤੇ ਮਾਇਆ ਦਾ ਪਸਾਰਾ ਵੀ ਬਣਾ ਦਿੱਤਾ। ਇਹ ਮਾਇਆ ਵੀ ਜਿਹੜੀ ਹੈ ਉਹ ਵੀ ਪ੍ਰਭੂ ਦੀ ਹੀ ਬਣਾਈ ਹੋਈ ਹੈ। ਤੋ ਜਨਮ ਤੇ ਹੀ ਇਹ ਐਸੀ ਅਵਸਥਾ ਬਣ ਜਾਂਦੀ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦਾ ਜ਼ੋਰ ਇਨਸਾਨ ਦੇ ਉੱਤੇ ਪੈ ਜਾਂਦਾ ਹੈ। ਜਿਉਂ ਹੀ ਉਹਦਾ ਜਨਮ ਹੁੰਦਾ ਹੈ ਉਹਦੀ ਲਿਵ ਪਰਮਾਤਮਾ ਤੋਂ ਛੁੱਟ ਜਾਂਦੀ ਹੈ ਤੇ ਮਾਇਆ ਦੇ ਪ੍ਰਭਾਵ ਦੇ ਅਧੀਨ ਆ ਜਾਂਦਾ ਹੈ। ਪਰ ਐਸੇ ਮਾਇਆ ਦੇ ਪ੍ਰਭਾਵ ਦੇ ਵਿੱਚ ਫਸੇ ਹੋਏ ਜੀਵਾਂ ਨੂੰ ਕੱਢਣ ਦਾ ਇੰਤਜ਼ਾਮ ਵੀ ਉਸ ਪ੍ਰਭੂ ਨੇ ਆਪ ਹੀ ਕੀਤਾ ਹੈ। ਤੇ ਉਹ ਇੰਤਜ਼ਾਮ ਹੈ ਸੱਚੇ ਗੁਰੂ ਦੇ ਰੂਪ ਦੇ ਅੰਦਰ, ਗੁਰੂ ਦੇ ਉਪਦੇਸ਼ ਦੇ ਰੂਪ ਦੇ ਅੰਦਰ, ਗੁਰੂ ਦੀ ਬਾਣੀ ਦੇ ਰੂਪ ਦੇ ਅੰਦਰ। ਉਹ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਕੇ ਮੰਨ ਲੈਂਦੇ ਹਨ, ਉਸ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ, ਉਹ ਫਿਰ ਉਸ ਮਾਇਆ ਦੇ ਜਾਲ ਦੇ ਵਿੱਚੋਂ ਨਿਕਲ ਆਉਂਦੇ ਹਨ। ਤੋ ਇਸ ਕਰਕੇ ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹ ਸਭ ਉਸ ਦੀ ਉਸਤਤ ਕਰਦੇ ਹਨ ਜਿਨਨੇ ਉਹਨਾਂ ਨੂੰ ਮਾਇਆ ਦੇ ਫਾਹੇ ਵਿੱਚੋਂ ਬਾਹਰ ਕੱਢ ਲਿਆ। ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਥੇ ਕਾਢਿਆ। ਹਰ ਲਫ਼ਜ਼ ਜਿਹੜਾ ਹੈ ਉਹ ਸੰਬੋਧਨ ਰੂਪ ਵਿੱਚ ਹੈ, तो हर तो बाद विश्राम आना चाहिए। हर तेरी सब करें उस्तत, जिन फाथे काढ़िया। तो विश्राम तेरी तो बाद नहीं आना चाहिए, हर तो बाद आना चाहिए। हर तेरी सब करें उस्तत, जिन फाथे काढ़िया। तो हे प्रभु, सब जीव तेरी ही सिफत सलाह करते हैं कि जिस प्रभु ने उन्होंने जीवों को माया विच फसिया होया नूं कढ़िया है। फिर अगली पंक्ति कहते हैं, हर तुदनों करें सब नमस्कार, जिन पापे ते राखिया। तो ये जिन लफज जिहड़ा है वो इस करके इस्तेमाल हो रहा है कि उहदे नाल एक जोड़ के गुरु साहब परमात्मा की एक वडियाई भी नाल एग्जाम्पल वजों मैंशन कर देंगे हैं। जिवें पहली पंक्ति आया कि जिस परमात्मा ने माया चो फसिया होया नूं कढ़िया है, तो अगली पंक्ति भी इस तरीके की गल करते हैं कि हे हरि, तैनूं सारे ही नमस्कार करते हैं, तेरे अगे सिर निवांदे हैं, क्योंकि तू जिस प्रभु ने जीवां नूं पापां तो बचा लिया है, पापां दे विच फसन तो तू उन्हां नूं बचा लैंदा है।
ਤੂੰ ਸਹੀ ਵਕਤ ਤੇ ਉਹਨਾਂ ਨੂੰ ਸਹੀ ਗਾਈਡੈਂਸ ਦਿੰਦਾ ਹੈ। ਗੁਰੂ ਦੇ ਉਪਦੇਸ਼ ਦੇ ਰਾਹੀਂ ਜੀਵ ਮੰਦੇ ਕਰਮਾਂ ਤੋਂ ਬਚ ਜਾਂਦੇ ਹਨ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ। ਤਾਂ ਇਹ ਤੇਰੀ ਹੀ ਬਖਸ਼ਿਸ਼ ਹੈ ਕਿ ਗੁਰੂ ਦੇ ਸੰਗਤ ਬਖਸ਼ ਕੇ ਉਹਨਾਂ ਨੂੰ ਪਾਪਾਂ ਤੋਂ ਬਚਾ ਲਿੱਤਾ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਹਰ ਨਿਮਾਣਿਆ ਤੂੰ ਮਾਨ, ਹਰ ਡਾਢੀ ਹੂੰ ਤੂੰ ਡਾਢਿਆ। हे ਪ੍ਰਭੂ ਜੀਓ, ਤੁਸੀਂ ਨਿਮਾਣਿਆਂ ਦੇ ਮਾਨ ਹੋ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਜਗਤ ਦੇ ਵਿੱਚ ਕੋਈ ਇੱਜ਼ਤ ਨਹੀਂ ਬਖਸ਼ਦਾ, ਜਿਨ੍ਹਾਂ ਦੀ ਕੋਈ ਪੁੱਛ ਨਹੀਂ ਹੁੰਦੀ, ਕੋਈ ਆਦਰ ਨਹੀਂ ਕਰਦਾ, ਕੋਈ ਉਹਨਾਂ ਨੂੰ ਪੁੱਛਦਾ ਨਹੀਂ ਹੈ, ਉਹਨਾਂ ਨੂੰ ਵੀ ਇੱਜ਼ਤ ਮਾਨ ਬਖਸ਼ਣ ਵਾਲਾ ਤੂੰ ਹੈ। ਐਸੇ ਐਸੇ ਜੀਵਾਂ ਨੂੰ ਤੂੰ ਇੱਜ਼ਤ ਬਖਸ਼ਦਾ ਹੈ ਜਿਨ੍ਹਾਂ ਦੇ ਸਮਾਜ ਦੇ ਵਿੱਚ ਆਮ ਤੌਰ ਦੇ ਉੱਤੇ ਕੋਈ ਪੁੱਛ ਹੁੰਦੀ ਹੀ ਨਹੀਂ। ਔਰ ਇਹਦੀ ਬੜੀ ਪ੍ਰਤੱਖ ਮਿਸਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਸੇ ਕਿਤਨੇ ਹੀ ਭਗਤਾਂ ਦੀ ਬਾਣੀ ਹੈ ਜਿਹੜੇ ਸਮਾਜ ਦੇ ਬਣੇ ਹੋਏ ਨਿਯਮਾਂ ਦੇ ਮੁਤਾਬਕ ਨੀਵੀਆਂ ਜਾਤਾਂ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਤੇ ਜਿਨ੍ਹਾਂ ਨੂੰ ਲੋਕੀ ਛੂਹਣਾ ਵੀ ਪਸੰਦ ਨਹੀਂ ਕਰਦੇ ਸੀ, ਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਪਰਹੇਜ਼ ਕਰਦੇ ਸੀ। ਤਾਂ ਐਸੇ ਲੋਕਾਂ ਨੂੰ ਪ੍ਰਭੂ ਦੀ ਭਗਤੀ ਦੇ ਵਿੱਚ ਜੁੜਨ ਦਾ ਸਦਕਾ ਸਾਰੇ ਉਹਨਾਂ ਦੇ ਆਪਣੇ ਆਲੇ ਦੁਆਲੇ ਦੇ ਵਿੱਚ, ਨਗਰ ਦੇ ਵਿੱਚ ਸਭ ਜਗ੍ਹਾ ਇੱਜ਼ਤ ਵੀ ਮਿਲੀ। ਭਗਤ ਰਵਿਦਾਸ ਜੀ ਨੇ ਤਾਂ ਬੜਾ ਸਪਸ਼ਟ ਗੁਰਬਾਣੀ ਦੇ ਵਿੱਚ ਹੀ ਫਰਮਾਨ ਕੀਤਾ ਹੈ ਕਿ ਜਿਹਦੇ ਕੁਲ ਦੇ ਲੋਕ ਅਜੇ ਤੱਕ ਵੀ ਬਨਾਰਸ ਦੇ ਆਸ-ਪਾਸ ਮਰੇ ਹੋਏ ਪਸ਼ੂਆਂ ਦੀਆਂ ਚਮੜੀਆਂ ਉਤਾਰ ਕੇ ਤੇ ਆਪਣੇ ਜੀਵਨ ਨਿਰਵਾਹ ਕਰਦੇ ਹਨ, ਐਸੇ ਚਮਾਰ ਜਾਤੀ ਵਿੱਚ ਜਨਮ ਹੋਏ ਰਵਿਦਾਸ ਨੂੰ, ਨੀਵੀਂ ਕੁਲ ਦੇ ਵਿੱਚ ਜੰਮੇ ਹੋਏ ਨੂੰ ਵੀ ਤੂੰ ਐਸਾ ਹੀ ਪਦਵੀ ਦਿੱਤੀ ਹੈ ਕਿ ਹੁਣ ਸਾਰਾ ਨਗਰ ਦੇ ਜਿੰਨੇ ਕਹੇ ਜਾਂਦੇ ਕੁਲੀਨ ਉੱਚੀ ਕੁਲ ਵਾਲੇ ਬੰਦੇ ਹਨ, ਉਹ ਵੀ ਉਸ ਨੂੰ ਨਮਸਕਾਰ ਕਰਦੇ ਹਨ, ਡੰਡੌਤ ਕਰਦੇ ਹਨ। ਤਾਂ ਹਰ ਨਿਮਾਣਿਆ ਤੂੰ ਨਿਮਾਣਿਆਂ ਨੂੰ ਵੀ ਮਾਣ ਦੇਣ ਵਾਲਾ, ਜਿਨ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਕੁਛ ਨਹੀਂ ਹੈ, ਜਿਨ੍ਹਾਂ ਦਾ ਸਨਮਾਨ ਨਹੀਂ ਹੈ, ਉਹਨਾਂ ਦੇ ਉੱਤੇ ਵੀ ਬਖਸ਼ਿਸ਼ ਕਰਕੇ ਤੂੰ ਉਹਨਾਂ ਨੂੰ ਮਾਨਯੋਗ ਪਦਵੀ ਬਖਸ਼ਦਾ ਹੈ। ਹਰ ਡਾਢੀ ਹੂੰ ਤੂੰ ਡਾਢਿਆ, ਪਰ ਤੂੰ ਡਾਢਾ ਵੀ ਬਹੁਤ ਹੈ, ਤੇਰੀ ਸਮਰੱਥਾ ਬਹੁਤ ਹੈ, ਤੇਰੇ ਅੱਗੇ ਕੋਈ ਜ਼ੋਰ ਜ਼ਬਰਦਸਤੀ ਕਰਕੇ ਤੇਰੇ ਅੱਗੇ ਕੋਈ ਖੜ ਨਹੀਂ ਸਕਦਾ, ਤੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਜੇ ਕੋਈ ਇਹ ਕਲੇਮ ਕਰਦਾ ਵੀ ਹੈ ਕਿ ਵੀ ਮੈਂ ਜੋ ਚਾਹਾਂ ਕਰ ਸਕਦਾ ਹਾਂ, ਹੰਕਾਰ ਕਰੇ, ਤਾਂ ਐਸੇ ਹੰਕਾਰੀਆਂ ਨੂੰ ਵੀ ਤੂੰ ਨਿਭਾ ਲੈਂਦਾ ਹੈ ਤੇ ਉਹਨਾਂ ਦੀ ਜਿਹੜੀ ਹੈਂਕੜ ਹੈ, ਉਹਨਾਂ ਦੀ ਜਿਹੜੀ ਹੰਕਾਰ ਦੀ ਬਿਰਤੀ ਹੁੰਦੀ ਹੈ, ਉਹਦਾ ਤੂੰ ਨਾਸ਼ ਕਰਦਾ ਹੈ। ਤਾਂ ਡਾਢਾ ਵੀ ਤੂੰ ਹੈ, ਜਿਹੜੇ ਤੇਰੇ ਨਾਲ ਪਿਆਰ ਕਰਦੇ ਹਨ ਉਹਨਾਂ ਨੂੰ ਤੂੰ ਗੱਲ ਨਾਲ ਲਾ ਲੈਂਦਾ ਹੈ, ਜਿਹੜੇ ਤੇਰੇ ਅੱਗੇ ਆਪਣਾ ਹੰਕਾਰ ਕਰਦੇ ਹਨ ਉਹਨਾਂ ਨੂੰ ਤੂੰ ਵਿਪਤਾ 'ਚ ਪਾ ਕੇ ਔਰ ਉਹਨਾਂ ਨੂੰ ਉਹਨਾਂ ਦੀ ਆਪਣੀ ਅਸਲੀਅਤ ਦਿਖਾ ਕੇ ਤੂੰ ਉਹਨਾਂ ਦਾ ਹੰਕਾਰ ਵੀ ਤੋੜਦਾ ਹੈ। ਹਰ ਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ। ਹੰਕਾਰੀਆਂ ਨੂੰ ਤੂੰ ਮਾਰ ਕੇ ਨਿਵਾ ਲੈਂਦਾ ਹੈ। ਜਿੰਨੇ ਵੱਡੇ ਤੋਂ ਵੱਡੇ ਹੰਕਾਰ ਕਰਨ ਵਾਲੇ ਹਨ, ਚਾਹੇ ਉਹ ਹਰਨਾਕਸ਼ ਸੀ ਜਾਂ ਕੋਈ ਹੋਰ ਸੀ, ਸਾਰਿਆਂ ਨੂੰ ਤੂੰ ਐਸੇ ਹਾਲਾਤਾਂ ਦੇ ਵਿੱਚ ਫਿਰ ਪਾ ਦਿੰਦਾ ਹੈ, ਐਸੀ ਅਵਸਥਾ 'ਚ ਭੇਜ ਦਿੰਦਾ ਹੈ ਕਿ ਉਹਨਾਂ ਨੂੰ ਵੀ ਫਿਰ ਝੁਕਣਾ ਪੈਂਦਾ ਹੈ। ਤੇ ਜਿਹੜੇ ਮਨਮੁਖ ਆਪਣੇ ਮਨ ਦੇ ਮਗਰ ਤੁਰਨ ਵਾਲੇ ਮੂਰਖ ਹਨ, ਉਹਨਾਂ ਨੂੰ ਵੀ ਤੂੰ ਸਿੱਧੇ ਰਾਹ ਪਾ ਦਿੰਦਾ ਹੈ। ਮਨਮੁਖ ਮੂੜ ਸਾਧਿਆ, ਸਾਧਿਆ ਤੋਂ ਭਾਵ ਹੈ ਸਿੱਧੇ ਰਾਹ ਪਾ ਦਿੰਦਾ ਹੈ, ਉਹਨਾਂ ਨੂੰ ਸੋਧ ਦਿੰਦਾ ਹੈ, ਤੂੰ ਉਹਨਾਂ ਨੂੰ ਸਿੱਧੇ ਰਾਹ ਪਾ ਦਿੰਦਾ ਹੈ। ਜਿਹੜੇ ਆਪਣੇ ਮਨ ਦੇ ਮਗਰ ਲੱਗ ਕੇ ਕੁਰਾਏ ਪੈ ਜਾਂਦੇ ਹਨ, ਮਾਇਆ ਦੇ ਵਿੱਚ ਖਚਿਤ ਹੋ ਜਾਂਦੇ ਹਨ, ਉਹਨਾਂ ਨੂੰ ਵੀ ਤੂੰ ਸੋਝੀ ਬਖਸ਼ ਦਿੰਦਾ ਹੈ। ਤੇਰੀ ਇਹ ਸਮਰੱਥਾ ਹੈ ਕਿ ਤੂੰ ਹੰਕਾਰੀਆਂ ਦਾ ਹੰਕਾਰ ਖਤਮ ਕਰ ਦਿੰਦਾ ਹੈ ਤੇ ਮਨ ਦੇ ਮਗਰ ਤੁਰਨ ਵਾਲੇ ਜਿਹੜੇ ਕੁਰਾਏ ਪੈ ਜਾਂਦੇ ਹਨ, ਉਹਨਾਂ ਨੂੰ ਵੀ ਸਿੱਧੇ ਰਾਹ ਪੈਣ ਦੀ ਸੋਝੀ ਬਖਸ਼ ਦਿੰਦਾ ਹੈ। ਹੋਰ ਵਡਿਆਈ ਕਰਦੇ ਹੋਏ ਆਖਰੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ। ਪ੍ਰਭੂ ਇਤਨਾ ਬਖਸ਼ਿੰਦ ਹੈ ਕਿ ਉਹ ਗਰੀਬ ਤੇ ਅਨਾਥਾਂ ਨੂੰ, ਜਿਹੜੇ ਵੀ ਉਹਦੇ ਭਗਤੀ ਕਰਦੇ ਹਨ, ਉਹਨਾਂ ਨੂੰ ਵਡਿਆਈ ਬਖਸ਼ਦਾ ਹੈ, ਆਦਰ ਮਾਨ ਬਖਸ਼ਦਾ ਹੈ। ਜਿਵੇਂ ਭਗਤ ਰਵਿਦਾਸ ਜੀ ਦੀ ਹੁਣੇ ਅਸੀਂ ਮਿਸਾਲ ਦੇਖੀ ਹੈ, तो ਇਸੇ ਤਰ੍ਹਾਂ ਦੀ ਗੁਰਬਾਣੀ ਵਿੱਚ ਹੋਰ ਭਗਤ ਨਾਮਦੇਵ ਜੀ ਨੇ ਵੀ ਆਪਣੇ ਜੀਵਨ ਦੇ ਵਿੱਚੋਂ ਇਵੈਂਟ ਦਰਜ ਕੀਤੇ ਹਨ ਬਾਣੀ ਦੇ ਅੰਦਰ, ਜਿੱਥੇ ਕਿ ਮੰਦਰ ਵਿੱਚੋਂ ਉਹਨਾਂ ਨੂੰ ਭਾਵੇਂ ਪੁਜਾਰੀਆਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਪਰ ਅਲਟੀਮੇਟਲੀ ਫਿਰ ਮੰਦਰ ਦੀ ਜਿਹੜੀ ਸਾਰੀ ਸੰਗਤ ਸੀ ਉਹ ਉਹਨਾਂ ਦੇ ਨਾਲ ਹੀ ਜੁੜ ਗਈ, ਉਹਨਾਂ ਦੇ ਨਾਲ ਸਾਥ ਦਿੱਤਾ। ਜਾਂ ਸੁਲਤਾਨ ਦੇ ਜਦੋਂ ਮਰੀ ਹੋਈ ਗਊ ਜਵਾਨ ਦੀ ਕੋਈ ਉਹਨਾਂ ਦੇ ਅੱਗੇ ਸਮੱਸਿਆ ਪੇਸ਼ ਕੀਤੀ, ਤਾਂ ਵੀ ਪ੍ਰਭੂ ਨੇ ਉਹਨਾਂ ਦੀ ਇੱਜ਼ਤ ਰੱਖੀ। ਤੋ ਇਹ ਪ੍ਰਭੂ ਦੀ ਇਹ ਵਡਿਆਈ ਹੈ ਕਿ ਉਹ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ।
ਰੋਜ਼ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਤੋਂ ਪਹਿਲਾਂ ਵੀ ਜਿਹੜਾ ਇੱਕ ਅਖੀਰਲਾ ਛੰਤ ਪੜਿਆ ਜਾਂਦਾ ਹੈ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਤਾਂ ਉਹਦੇ ਅੰਦਰ ਵੀ ਪ੍ਰਹਿਲਾਦ ਅਤੇ ਨਾਮਦੇਵ ਦੀ ਜੋ ਹੈ ਅੱਗੇ ਮਿਸਾਲ ਦਿੱਤੀ ਜਾਂਦੀ ਹੈ ਕਿ ਵੀ ਉਹ ਹਮੇਸ਼ਾ ਹੀ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਪ੍ਰਹਿਲਾਦ ਨੂੰ ਵੀ ਉਸਨੇ ਹਰਨਾਕਸ਼ ਦੇ ਹੰਕਾਰ ਤੋਂ ਬਚਾਇਆ, ਉਹਦੀ ਪੈਜ ਰੱਖੀ, ਹਰਨਾਕਸ਼ ਦਾ ਨਾਸ਼ ਕੀਤਾ। ਨਾਮਦੇਵ ਨੂੰ ਵੀ ਜੋ ਹੈ ਹੰਕਾਰੀਆਂ ਨਿੰਦਕਾਂ ਜਿਹੜੇ ਪੁਜਾਰੀ ਸੀਗੇ ਉਹਨਾਂ ਨੂੰ ਪਿੱਠ ਦੇ ਕੇ ਤੇ ਨਾਮਦੇਵ ਵਾਲੇ ਪਾਸੇ ਹੀ ਸਾਰੇ ਲੋਕਾਂ ਨੂੰ ਉਹਦੇ ਮਗਰ ਲਗਾ ਦਿੱਤਾ, ਉਹਦਾ ਸਾਥ ਦੇਣ ਵਾਸਤੇ ਪ੍ਰੇਰਨਾ ਕਰ ਦਿੱਤੀ। ਤਾਂ ਇਹ ਉਹਦੀ ਖੇਡ ਹੈ ਕਿ ਉਹ ਆਪਣੇ ਭਗਤਾਂ ਨੂੰ ਵਡਿਆਈ ਬਖਸ਼ਦਾ ਹੈ, ਭਾਵੇਂ ਉਹ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਗਰੀਬ ਹੋਣ, ਅਨਾਥ ਹੋਣ, ਉਹਨਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨਾਂ ਦਾ ਕੋਈ ਸੋਸ਼ਲ ਸਟੇਟਸ ਨਾ ਹੋਵੇ, ਉਹਨਾਂ ਦੀ ਕੋਈ ਇੱਜ਼ਤ ਮਾਨ ਨਾ ਹੋਵੇ, ਕੋਈ ਭਾਵੇਂ ਨੀਵੀਂ ਜਾਤ ਦੇ ਹੋਣ, ਐਸੇ ਵੀ ਲੋਕਾਂ ਨੂੰ ਜਿਹੜੇ ਪ੍ਰਭੂ ਦੀ ਭਗਤੀ ਦੇ ਵਿੱਚ ਜੁੜਦੇ ਹਨ, ਪ੍ਰਭੂ ਉਹਨਾਂ ਨੂੰ ਵਡਿਆਈ ਬਖਸ਼ਦਾ ਹੈ, ਇੱਜ਼ਤ ਮਾਨ ਬਖਸ਼ਦਾ ਹੈ। ਤੋ ਇਸ ਕਰਕੇ ਸਾਰੀ ਪੌੜੀ ਦੇ ਅੰਦਰ ਪ੍ਰਭੂ ਦੀ ਹੀ ਸਿਫਤ ਸਲਾਹ ਕਰਨ ਦੀ ਜਾਂਚ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਵੀ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਕੇ, ਪ੍ਰਭੂ ਦੀ ਵਡਿਆਈਆਂ ਨੂੰ ਯਾਦ ਕਰਕੇ, ਪ੍ਰਭੂ ਦੀ ਉਸਤਤ ਵਿੱਚ ਜੁੜ ਕੇ ਉਹਦੇ ਨਾਲ ਪਿਆਰ ਪਾ ਸਕਦੇ ਹਾਂ। ਹਰ ਤੇਰੀ ਸਭ ਕਰੇ ਉਸਤਤ, ਜਿਨ ਫਾਥੇ ਕਾਢਿਆ। ਉਹ ਮਾਇਆ 'ਚ ਫਸਿਆ ਹੋਇਆਂ ਨੂੰ ਵੀ ਕੱਢ ਲੈਂਦਾ ਹੈ। नहीं तो माया ਦਾ ऐसी है कि भाई माया होई नागनी जगत रही लपटाए, जो इसकी सेवा करे किसी को फिर खाए। तो वो तो किसी को बख्शदी नहीं है, पर ऐसी बलवान माया दे पंजे विचों भी प्रभु मेहर करके गुरु की संगत बख्श के बचा लेंदा है। हर तुदनों करे सब नमस्कार, जिन पापे ते राखिया। बड़े बड़े कहे जाते धर्मी पुरख, धर्म कर्म करने वाले, भगतियां करने वाले भी कदी ना कदी मन दे मगर लग के ਕੁਰਾਏ ਪੈ ਜਾਂਦੇ ਹਨ, ਮਨ ਫਿਸਲ ਜਾਂਦਾ ਹੈ। ਸਨਾਤਨ ਮਤ ਦਾ ਇਤਿਹਾਸ ਜਿਹੜਾ ਜਾਂ ਜਿਹੜੇ ਉਹਨਾਂ ਦੀ ਧਾਰਮਿਕ ਪੁਸਤਕਾਂ ਨੇ, ਉਹਨਾਂ ਦੇ ਵਿੱਚ ਤਾਂ ਐਸੀਆਂ ਕਈ ਐਗਜ਼ਾਮਪਲਾਂ ਨੇ ਕਿ ਵੱਡੇ ਵੱਡੇ ਰਿਸ਼ੀ ਮੁਨੀ ਵੀ ਜਿਹੜੇ ਹਨ ਉਹ ਡੋਲ ਜਾਂਦੇ ਰਹੇ ਹਨ। ਕਦੀ ਇੰਦਰ ਉਹਨਾਂ ਨੂੰ ਅਪਛਰਾ ਭੇਜ ਦਿੰਦਾ ਸੀ ਤੇ ਉਹਨਾਂ ਦਾ ਮਨ ਡੋਲ ਜਾਂਦਾ ਸੀਗਾ, ਕਦੀ ਕੋਈ ਹੋਰ ਕਿਸੇ ਨੂੰ ਕ੍ਰੋਧ ਦੇ ਵਿੱਚ ਆ ਕੇ ਉਹ ਕੋਈ ਗਲਤ ਕੰਮ ਕਰ ਬੈਠਦੇ ਸਨ। ਤੋ ਇਹ ਇਸ ਤਰੀਕੇ ਦੀਆਂ ਕਈ ਸਾਰੀਆਂ ਘਟਨਾਵਾਂ ਹਨ ਜਿਹੜੀਆਂ ਇਸ ਗੱਲ ਨੂੰ ਜ਼ਾਹਿਰ ਕਰਦੀਆਂ ਹਨ ਕਿ ਧਰਮ ਕਰਮ ਕਰਨ ਵਾਲੇ ਬੰਦੇ ਵੀ ਮਾਇਆ ਦੇ ਜਾਲ ਵਿੱਚ ਕਈ ਵਾਰੀ ਫਸ ਜਾਂਦੇ ਹਨ ਔਰ ਗਲਤ ਕੰਮ ਕਰ ਬੈਠਦੇ ਹਨ। ਪਰ ਪ੍ਰਭੂ ਦੀ ਸ਼ਰਨ ਵਿੱਚ ਪੈਣ ਵਾਲੇ ਜਿਹੜੇ ਨਿਮਰਤਾ ਦੇ ਵਿੱਚ ਰਹਿੰਦੇ ਹਨ, ਜਿਹੜੇ ਆਪਣੀ ਭਗਤੀ ਦੇ ਉੱਤੇ ਹੰਕਾਰ ਨਹੀਂ ਕਰਦੇ, ਕਿਉਂਕਿ ਜਿਹੜੀ ਗਲਤੀਆਂ ਹੁੰਦੀਆਂ ਨੇ ਉਹ ਸਭ ਇਸ ਕਰਕੇ ਹੁੰਦੀਆਂ ਨੇ ਕਿ ਬੰਦਾ ਆਪਣੇ ਧਰਮ ਕਰਮ ਕਰਨ ਵਾਲੇ ਜੋ ਉਹਦਾ ਜੋ ਰੂਟੀਨ ਹੁੰਦਾ ਹੈ, ਜੋ ਕਰਮ ਕਾਂਡ ਕਰਦਾ ਹੈ, ਉਹਨਾਂ ਦਾ ਵੀ ਹੰਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਮੇਰੇ ਤੋਂ ਵੱਡਾ ਵੀ ਕੋਈ ਧਰਮੀ ਹੋ ਸਕਦਾ ਹੈ, ਮੈਂ ਜਲਦੀ ਉੱਠਦਾ ਹਾਂ, ਮੈਂ ਭਗਤੀ ਕਰਦਾ ਹਾਂ, ਮੈਂ ਤੀਰਥ ਇਸ਼ਨਾਨ ਕਰਦਾ ਹਾਂ, ਮੈਂ ਦਾਨ ਪੁੰਨ ਕਰਦਾ ਹਾਂ। ਤੋ ਐਸੀਆਂ ਚੀਜ਼ਾਂ ਦਾ ਜਦੋਂ ਹੰਕਾਰ ਹੁੰਦਾ ਹੈ ਤਾਂ ਉਸ ਹੰਕਾਰ ਦੇ ਪਾਸੇ ਚ ਆਇਆ ਬੰਦਾ ਵੀ ਗਲਤ ਕੰਮ ਵੀ ਕਰ ਜਾਂਦਾ ਹੈ। ਪਰ ਜੋ ਨਿਮਰਤਾ ਦੇ ਵਿੱਚ ਰਹਿ ਕੇ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹਨ, ਉਹਦੀ ਸ਼ਰਨ ਵਿੱਚ ਰਹਿੰਦੇ ਹਨ, ਪ੍ਰਭੂ ਉਹਨਾਂ ਨੂੰ ਭੈੜੇ ਕਰਮਾਂ ਤੋਂ, ਗਲਤੀ ਕਰਨ ਤੋਂ ਬਚਾ ਲੈਂਦਾ ਹੈ। ਹਰ ਤੁਧਨੋਂ ਕਰੇ ਸਭ ਨਮਸਕਾਰ, ਜਿਨ ਪਾਪੇ ਤੇ ਰਾਖਿਆ। ਹਰ ਨਿਮਾਣਿਆ ਤੂੰ ਮਾਨ, ਹਰ ਡਾਢੀ ਹੂੰ ਤੂੰ ਡਾਢਿਆ। ਤੂੰ ਨਿਮਾਣਿਆਂ ਨੂੰ ਮਾਨ ਦੇਣ ਵਾਲਾ ਹੈ, ਇੱਜ਼ਤ ਬਖਸ਼ਦਾ ਹੈ, ਹੰਕਾਰੀਆਂ ਦਾ ਤੂੰ ਹੰਕਾਰ ਤੋੜਦਾ ਹੈ। ਹਰ ਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਮਨ ਦੇ ਮਗਰ ਤੁਰਨ ਵਾਲਿਆਂ ਨੂੰ ਵੀ ਤੂੰ ਸੋਝੀ ਬਖਸ਼ ਕੇ ਸਿੱਧੇ ਰਾਹ ਪਾ ਦਿੰਦਾ ਹੈ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਆਪਣੇ ਭਗਤਾਂ ਨੂੰ ਤੂੰ ਇੱਜ਼ਤ ਮਾਨ ਵਡਿਆਈ ਬਖਸ਼ਦਾ ਹੈ, ਭਾਵੇਂ ਉਹ ਸਮਾਜ ਦੀ ਨਜ਼ਰਾਂ ਵਿੱਚ ਗਰੀਬ ਹੋਣ, ਅਨਾਥ ਹੋਣ, ਸਮਾਜਿਕ ਰੁਤਬਾ ਉਹਨਾਂ ਦਾ ਕਿੰਨਾ ਵੀ ਨੀਵਾਂ ਹੋਵੇ, ਪਰ ਤੇਰੀ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਹੋ ਜਾਂਦੀ ਹੈ, ਉਹ ਗਰੀਬ ਅਨਾਥ ਵੀ ਦੁਨੀਆ ਦੀ ਨਜ਼ਰਾਂ ਦੇ ਵਿੱਚ ਉੱਚੇ ਹੋ ਜਾਂਦੇ ਹਨ, ਉਹਨਾਂ ਨੂੰ ਇੱਜ਼ਤ ਮਾਨ ਵੀ ਮਿਲ ਜਾਂਦਾ ਹੈ। ਤੋ ਇਸ ਪੌੜੀ ਦੇ ਅੰਦਰ ਪ੍ਰਭੂ ਦੀ ਭਗਤੀ ਕਰਨ ਵਾਲੇ ਉਹਨਾਂ ਗੁਰਮੁਖ ਜਨਾਂ ਦੀ ਸਿਫਤ ਵੀ ਕੀਤੀ ਗਈ ਹੈ, ਜਿਹੜੇ ਪ੍ਰਭੂ ਦੀ ਭਗਤੀ ਦੇ ਵਿੱਚ ਜੁੜੇ ਰਹਿੰਦੇ ਹਨ, ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਹਨ, ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹਨ। ਹੰਕਾਰ ਦੀ ਗੱਲ ਜਿਹੜੀ ਹੈ ਉਹ ਕੰਡੈਮ ਕੀਤੀ ਗਈ ਹੈ ਕਿ ਹਰ ਜੀਉ ਹੰਕਾਰ ਨਾ ਪਾਵਈ। ਇਹ ਗੱਲ ਗੁਰਬਾਣੀ 'ਚ ਬੜੀ ਸਪਸ਼ਟ ਤੌਰ ਤੇ ਬਿਆਨ ਕੀਤੀ ਗਈ ਹੈ। ਪ੍ਰਭੂ ਨੂੰ ਹੰਕਾਰੀ ਨਹੀਂ ਚੰਗੇ ਲੱਗਦੇ। ਤੋ ਜਿਹੜੇ ਲੇਕਿਨ ਉਹਦੀ ਸ਼ਰਨ 'ਚ ਆਉਂਦੇ ਹਨ, ਉਹਨਾਂ ਨੂੰ ਆਪਣੇ ਗੱਲ ਨਾਲ ਉਹ ਲਾ ਲੈਂਦਾ ਹੈ। ਸ਼ਲੋਕਾਂ ਦੇ ਅੰਦਰ ਇੱਕ ਪਹਿਲੇ ਸ਼ਲੋਕ 'ਚ ਮਨਮੁਖ ਦੀ ਤੇ ਦੂਸਰੇ ਸ਼ਲੋਕ ਦੇ ਵਿੱਚ ਗੁਰਮੁਖ ਦੀ ਅਵਸਥਾ ਦਾ ਬਿਆਨ ਕੀਤਾ ਗਿਆ ਹੈ। ਪੌੜੀ ਦੇ ਅੰਦਰ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਹੀ
ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਦਰਸਾਇਆ ਗਿਆ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਜਾਚ ਸਿਖਾਈ ਗਈ ਹੈ। ਤੋ ਇਹ ਅੱਜ ਦੀ ਵਿਚਾਰ ਇੱਥੇ ਹੀ ਸੰਕੋਚਦੇ ਹਾਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।